ਵਾਤਾਵਰਣ ਦੀ ਸੁਰੱਖਿਆ ਵਿਸ਼ਵ ਸਮੱਸਿਆ ਹੈ। ਇਨਵਾਇਰਮੈਂਟਲ ਪ੍ਰੋਟੈਕਸ਼ਨ ਇਜ਼ ਅ ਗਲੋਬਲ ਇਸ਼ੂ। ਅੱਜ ਵਾਤਾਵਰਣ ਦੀ ਸੁਰੱਖਿਆ ਇੱਕ ਵਿਸ਼ਵ ਵਿਆਪੀ ਸਮੱਸਿਆ ਬਣ ਚੁੱਕੀ ਹੈ ਅਤੇ ਇਸ ਨੂੰ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਭੂਗੋਲਿਕ ਆਦਿ ਸੀਮਾਵਾਂ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ। ਅੱਜ ਵਾਤਾਵਰਣ ਨਾਲ ਸੰਬੰਧਿਤ ਕਿਰਿਆ ਦੁਨੀਆ ਦੇ ਕਿਸੇ ਇੱਕ ਭਾਗ ਵਿੱਚ ਵਾਪਰਦੀ ਹੈ, ਪਰੰਤੂ ਉਸ ਦਾ ਅਸਰ ਸੰਸਾਰ ਦੇ ਕਿਸੇ ਦੂਜੇ ਭਾਗ 'ਤੇ ਪੈਂਦਾ ਹੈ। ਉੱਤਰ ਪੂਰਬੀ ਭਾਰਤ ਵਿੱਚ ਜੰਗਲ ਕੱਟੇ ਜਾਂਦੇ ਹਨ, ਹੜ੍ਹ ਬੰਗਲਾਦੇਸ਼ ਵਿੱਚ ਆਉਂਦੇ ਹਨ। ਇਸ ਤਰ੍ਹਾਂ ਹੀ ਪੱਛਮੀ ਯੂਰਪ ਦੇ ਸਨਅਤੀ ਵਿਕਾਸ ਦੇ ਫਲਸਰੂਪ ਤੇਜ਼ਾਬੀ ਬਾਰਿਸ਼ਾਂ ਪੂਰਬੀ ਯੂਰਪ ਵਿੱਚ ਹੁੰਦੀਆਂ ਹਨ। ਕੱਚਾ ਤੇਲ ਖਾੜੀ ਵਿੱਚ ਸੜਦਾ ਹੈ ਅਤੇ ਉਸ ਤੋਂ ਨਿਕਲਣ ਵਾਲੀ ਸੁਆਹੀ ਹਿਮਾਲਿਆ ਪਰਬਤ ਤੱਕ ਫੈਲਦੀ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਮੁੱਚੇ ਵਿਸ਼ਵ ਦੇ ਵਾਤਾਵਰਣ ਵਿੱਚ ਇੱਕ ਸਾਂਝ ਹੈ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਵਿਸ਼ਵ ਪੱਧਰ 'ਤੇ ਯਤਨ ਕਰਨ ਦੀ ਲੋੜ ਹੈ। ਅੱਜ ਸਾਰਾ ਸੰਸਾਰ ਵਾਤਾਵਰਣ ਵਿੱਚ ਹੋਣ ਵਾਲੇ ਪ੍ਰਦੂਸ਼ਣ ਤੋਂ ਚਿੰਤਿਤ ਹੈ ਅਤੇ ਇਸ ਦੀ ਸੁਰੱਖਿਆ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਹੇਠ ਲਿਖੇ ਯਤਨ ਕੀਤੇ ਗਏ ਹਨ। ਰਾਸ਼ਟਰੀ ਪੱਧਰ 'ਤੇ ਕੀਤੇ ਗਏ ਯਤਨ। ਵਾਤਾਵਰਣ ਦੀ ਸੁਰੱਖਿਆ ਲਈ ਰਾਸ਼ਟਰੀ ਪੱਧਰ 'ਤੇ ਹੇਠ ਲਿਖੇ ਯਤਨ ਕੀਤੇ ਗਏ ਹਨ। ਸੰਵਿਧਾਨ ਵਿੱਚ ਕੀਤੀ ਗਈ 42ਵੀਂ ਸੋਧ ਅਤੇ ਵਾਤਾਵਰਣ ਦੀ ਸੁਰੱਖਿਆ ਦਾ ਪ੍ਰਸ਼ਨ 1976 ਵਿੱਚ ਸੰਵਿਧਾਨ ਵਿੱਚ ਕੀਤੀ ਗਈ 42ਵੀਂ ਸੋਧ ਅਨੁਸਾਰ ਸੰਵਿਧਾਨ ਵਿੱਚ ਧਾਰਾ 48 ਆਰਟੀਕਲ 48A ਸ਼ਾਮਿਲ ਕਰਕੇ ਵਾਤਾਵਰਣ ਦੀ ਸੁਰੱਖਿਆ ਅਤੇ ਸੁਧਾਰ ਅਤੇ ਜੰਗਲ ਅਤੇ ਜੰਗਲੀ ਜੀਵਨ ਦੀ ਰਾਖੀ ਨੂੰ ਰਾਜ ਦਾ ਕਰਤੱਵ ਘੋਸ਼ਿਤ ਕੀਤਾ ਗਿਆ ਹੈ। ਇਸ ਤੋਂ ਉਪਰੰਤ ਸੰਵਿਧਾਨ ਵਿੱਚ ਧਾਰਾ 52A ਸ਼ਾਮਿਲ ਕਰਕੇ ਨਾਗਰਿਕਾਂ ਲਈ 10 ਕਰਤੱਵ ਨਿਸ਼ਚਿਤ ਕੀਤੇ ਗਏ ਹਨ। ਕੁਦਰਤੀ ਵਾਤਾਵਰਣ, ਜੰਗਲਾਂ, ਝੀਲਾਂ, ਦਰਿਆ ਅਤੇ ਜੰਗਲੀ ਜੀਵਾਂ ਦੀ ਰਾਖੀ ਅਤੇ ਇਹਨਾਂ ਦੇ ਸੁਧਾਰ ਅਤੇ ਜਾਨਵਰ ਜੀਵਾਂ ਪ੍ਰਤੀ ਦਇਆ ਦੀ ਭਾਵਨਾ ਰੱਖਣਾ ਵਿਅਕਤੀ ਦਾ ਕਰਤੱਵ ਘੋਸ਼ਿਤ ਕੀਤਾ ਗਿਆ ਸੀ। ਹੱਦ ਤੱਕ ਇਹਨਾਂ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਇਹਨਾਂ ਦੀ ਰਾਖੀ ਵਾਤਾਵਰਣ ਦੀ ਸੁਰੱਖਿਆ ਲਈ ਵੀ ਅਤੀ ਜ਼ਰੂਰੀ ਹੈ। ਵਾਤਾਵਰਣ ਅਤੇ ਜੰਗਲਾਤ ਵਿਭਾਗ ਦੀ ਸਥਾਪਨਾ 1985 ਵਿੱਚ ਵੱਖ-ਵੱਖ ਵਿਭਾਗਾਂ ਅਤੇ ਮੰਤਰਾਲਿਆਂ ਦੇ ਮਾਹਿਰਾਂ ਦੀ ਮਦਦ ਨਾਲ ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆ ਅਤੇ ਇਸ ਦੇ ਹੱਲ ਲੱਭਣ ਲਈ ਵਾਤਾਵਰਣ ਯੋਜਨਾ ਅਤੇ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ 1980 ਵਿੱਚ ਮੁਕੰਮਲ ਵਾਤਾਵਰਣ ਵਿਭਾਗ ਸਥਾਪਿਤ ਕੀਤਾ ਗਿਆ ਹੈ। 1985 ਵਿੱਚ ਇਹ ਵਿਭਾਗ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਵਿੱਚ ਰੂਪਾਂਤਰਿਤ ਕਰ ਦਿੱਤਾ ਗਿਆ ਸੀ। ਫੈਕਟਰੀ ਐਕਟ 1948 ਵਿੱਚ ਇਸ ਕਾਨੂੰਨ ਅਧੀਨ ਸਨਅਤਕਾਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਕਾਰਖਾਨਿਆਂ ਦੀ ਰਹਿੰਦ ਖੂੰਹਦ ਦੇ ਨਿਪਟਾਰੇ ਲਈ ਅਸ਼ੀਰਵਾਦ ਪ੍ਰਬੰਧਨ ਕਰਨ ਅਤੇ ਆਪਣੇ ਪ੍ਰਬੰਧਾਂ ਨੂੰ ਰਾਜ ਸਰਕਾਰ ਦੇ ਨਿਰਧਾਰਿਤ ਅਧਿਕਾਰੀਆਂ ਤੋਂ ਮਨਜ਼ੂਰ ਕਰਾਉਣ। ਵਾਤਾਵਰਣ ਸੁਰੱਖਿਆ ਐਕਟ 1952 ਸੁਤੰਤਰਤਾ ਤੋਂ ਪਹਿਲਾਂ 1894 ਵਿੱਚ ਇੱਕ ਵਣ ਨੀਤੀ ਬਣਾਈ ਗਈ ਸੀ, ਜਿਸ ਨੂੰ ਪਹਿਲਾਂ 1952 ਵਿੱਚ ਅਤੇ ਦੁਬਾਰਾ 1968 ਵਿੱਚ ਸੋਧਿਆ ਗਿਆ ਸੀ, ਜੋ ਕਿ ਵਣ ਸੁਰੱਖਿਆ ਕਾਨੂੰਨ ਬਣੀ। ਇਸ ਕਾਨੂੰਨ ਅਧੀਨ ਵਿਵਸਥਾ ਕੀਤੀ ਗਈ ਕਿ ਵਣ ਧਰਤੀ ਨੂੰ ਕੇਂਦਰੀ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਗੈਰ ਵਣ ਧਰਤੀ ਵਿੱਚ ਨਹੀਂ ਬਦਲਿਆ ਜਾ ਸਕੇਗਾ। ਇਸ ਤਰ੍ਹਾਂ ਵਣ ਸੁਰੱਖਿਆ ਕਾਨੂੰਨ ਅਧੀਨ ਜੰਗਲ ਕੱਟਣ ਦੀ ਮਨਾਹੀ ਕੀਤੀ ਗਈ ਹੈ। ਅੰਤਰਰਾਸ਼ਟਰੀ ਪੱਧਰ 'ਤੇ ਕੀਤੇ ਗਏ ਯਤਨ। ਅੱਜ ਵਾਤਾਵਰਣ ਦੀ ਸੁਰੱਖਿਆ ਦਾ ਮਸਲਾ ਅੰਤਰਰਾਸ਼ਟਰੀ ਮਸਲਾ ਬਣ ਚੁੱਕਿਆ ਹੈ। ਇਸ ਸੁਰੱਖਿਆ ਲਈ ਅੰਤਰਰਾਸ਼ਟਰੀ ਪੱਧਰ 'ਤੇ ਯਤਨ ਕੀਤੇ ਜਾਣੇ ਜ਼ਰੂਰੀ ਹਨ। ਅਸੀਂ ਪਿੱਛੇ ਪੜ੍ਹਿਆ ਹੈ ਕਿ ਕੋਈ ਘਟਨਾ ਸੰਸਾਰ ਦੇ ਕਿਸੇ ਇੱਕ ਹਿੱਸੇ ਵਿੱਚ ਵਾਪਰਦੀ ਹੈ, ਜਦਕਿ ਉਸ ਦਾ ਅਸਰ ਸੰਸਾਰ ਦੇ ਕਿਸੇ ਦੂਜੇ ਹਿੱਸੇ 'ਤੇ ਪੈਂਦਾ ਹੈ। ਇਹੀ ਕਾਰਨ ਹੈ ਕਿ ਅੱਜ ਵਾਤਾਵਰਣ ਦੀ ਸੁਰੱਖਿਆ ਲਈ ਅੰਤਰਰਾਸ਼ਟਰੀ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਮੁੱਖ ਦਾ ਵਰਣਨ ਹੇਠਾਂ ਕੀਤਾ ਗਿਆ ਹੈ। ਸਟਾਕਹੋਲਮ ਕਾਨਫਰੰਸ 1972 ਸੰਯੁਕਤ ਰਾਸ਼ਟਰ ਦੀ ਮਨੁੱਖੀ ਵਾਤਾਵਰਣ ਬਾਰੇ ਕਾਨਫਰੰਸ 5 ਜੂਨ ਤੋਂ 16 ਜੂਨ 1972 ਨੂੰ ਸਵੀਡਨ ਦੇ ਸ਼ਹਿਰ ਸਟਾਕਹੋਲਮ ਵਿਖੇ ਹੋਈ। ਇਸ ਕਾਨਫਰੰਸ ਵਿੱਚ ਮਨੁੱਖੀ ਵਾਤਾਵਰਣ ਸੰਬੰਧੀ ਘੋਸ਼ਣਾ ਪ੍ਰਵਾਨ ਕੀਤਾ ਗਿਆ ਅਤੇ ਅਨੇਕਾਂ ਮਤੇ ਪਾਸ ਕੀਤੇ ਗਏ, ਜਿਨ੍ਹਾਂ ਰਾਹੀਂ ਹੇਠ ਲਿਖੀਆਂ ਮੁੱਖ ਸਿਫਾਰਸ਼ਾਂ ਕੀਤੀਆਂ ਗਈਆਂ। ਵਾਯੂਮੰਡਲ ਵਿੱਚ ਕੀਤੇ ਜਾਣ ਵਾਲੇ ਪਰਮਾਣੂ ਤਜਰਬਿਆਂ ਦੀ ਨਿੰਦਾ ਕੀਤੀ ਗਈ ਅਤੇ ਤਜਰਬੇ ਕਰਨ ਵਾਲੇ ਦੇਸ਼ਾਂ ਨੂੰ ਤਜਰਬੇ ਕਰਨ ਤੋਂ ਰੋਕਣ ਲਈ ਮਤਾ ਪਾਸ ਕੀਤਾ ਗਿਆ। ਯਾਦ ਰਹੇ, ਪਰਮਾਣੂ ਤਜਰਬੇ ਵਾਤਾਵਰਣ ਵਿੱਚ ਪ੍ਰਦੂਸ਼ਣ ਫੈਲਾਉਂਦੇ ਹਨ। ਕਾਨਫਰੰਸ ਦੁਆਰਾ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਵਜੋਂ ਮਨਾਏ ਜਾਣ ਵਾਲੇ ਸਿਫਾਰਿਸ਼ ਕੀਤੀ ਗਈ।
ਸਮੁੰਦਰਾਂ ਨੂੰ ਪ੍ਰਦੂਸ਼ਣ ਦੇ ਕੂੜਾ ਸਥਾਨ ਨੂੰ ਨਹੀਂ ਬਣਾਉਣਾ ਚਾਹੀਦਾ। ਇਸ ਨਾਲ ਮਨੁੱਖੀ ਜੀਵਨ, ਮਨੁੱਖੀ ਸਿਹਤ ਅਤੇ ਸਮੁੰਦਰੀ ਜੀਵ ਜੰਤੂਆਂ ਨੂੰ ਨੁਕਸਾਨ ਪਹੁੰਚਦਾ ਹੈ। ਹਰ ਰਾਜ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹਨਾਂ ਦੇ ਆਪਣੇ ਰਾਜ ਵਿੱਚ ਕੀਤੇ ਜਾਣ ਵਾਲੇ ਕਾਰਜ ਦੂਜੇ ਰਾਜਾਂ ਦੇ ਵਾਤਾਵਰਣ ਦੇ ਨੁਕਸਾਨ ਦੇ ਕਾਰਨ ਬਣਨ। ਛੋਟੀਆਂ ਵੱਡੀਆਂ ਸਾਰਿਆਂ ਨੂੰ ਵਾਤਾਵਰਣ ਦੇ ਨਿਖਾਰ ਅਤੇ ਇਸ ਦੀ ਸੁਰੱਖਿਆ ਅਤੇ ਸੁਧਾਰ ਬਾਰੇ ਸਿਖਿਅਤ ਕੀਤਾ ਜਾਣਾ ਚਾਹੀਦਾ ਹੈ। ਕੁਦਰਤੀ ਈਕੋ ਪ੍ਰਬੰਧ ਦੇ ਪ੍ਰਤੀਨਿਧ ਨਮੂਨੇ ਆਉਣ ਵਾਲੀਆਂ ਨਸਲਾਂ ਦੀ ਜਾਣਕਾਰੀ ਲਈ ਸੁਰੱਖਿਅਤ ਰੱਖੇ ਜਾਣੇ ਚਾਹੀਦੇ ਹਨ। ਪ੍ਰਦੂਸ਼ਣ ਦੇ ਸ਼ਿਕਾਰ ਵਿਅਕਤੀਆਂ ਨੂੰ ਮੁਆਵਜ਼ਾ ਦਿੱਤੇ ਜਾਣ ਲਈ ਰਾਜਾਂ ਨੂੰ ਅੰਤਰਰਾਸ਼ਟਰੀ ਕਾਨੂੰਨ ਦਾ ਨਿਰਮਾਣ ਕਰਨ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਕਾਨਫਰੰਸ ਵਿੱਚ ਸੰਯੁਕਤ ਰਾਸ਼ਟਰ ਦੀ ਮਹਾਸਭਾ ਨੂੰ ਨਾਂ ਦੀ ਸੰਸਥਾ ਦੀ ਸਥਾਪਨਾ ਦੀ ਸਿਫਾਰਿਸ਼ ਕੀਤੀ ਗਈ। ਦੂਜੇ ਸੰਮੇਲਨ ਜਾਂ ਘੋਸ਼ਣਾਵਾਂ 1972 ਵਿੱਚ ਕੋਈ ਸਟਾਕਹੋਮ ਪਿੱਛੋਂ ਮਨੁੱਖੀ ਵਾਤਾਵਰਣ ਨੂੰ ਬਚਾਉਣ ਲਈ ਹੇਠ ਲਿਖੇ ਹੋਰ ਸੰਮੇਲਨ ਹੋਏ। 16 ਨਵੰਬਰ 1972 ਨੂੰ ਪੈਰਿਸ ਵਿਖੇ ਵਿਸ਼ਵ ਸੱਭਿਆਚਾਰ ਅਤੇ ਕੁਦਰਤੀ ਵਿਰਸੇ ਨੂੰ ਬਚਾਉਣ ਸੰਬੰਧੀ ਇੱਕ ਸੰਮੇਲਨ ਹੋਇਆ। 3 ਮਾਰਚ 1973 ਨੂੰ ਵਾਸ਼ਿੰਗਟਨ ਵਿਖੇ ਜੰਗਲੀ ਜੀਵ ਜੰਤੂਆਂ ਦੀਆਂ ਖਤਮ ਹੋ ਰਹੀਆਂ ਨਸਲਾਂ ਦੇ ਅੰਤਰਰਾਸ਼ਟਰੀ ਵਿਊਪਰ ਸੰਬੰਧੀ ਇੱਕ ਸੰਮੇਲਨ ਹੋਇਆ। 2 ਨਵੰਬਰ 1973 ਨੂੰ ਸਮੁੰਦਰੀ ਜਹਾਜ਼ਾਂ ਤੋਂ ਹੋਣ ਵਾਲੇ ਪ੍ਰਦੂਸ਼ਣ 'ਤੇ ਰੋਕ ਲਈ ਇੱਕ ਅੰਤਰਰਾਸ਼ਟਰੀ ਸੰਮੇਲਨ ਹੋਇਆ। 1969 ਵਿੱਚ ਜਨੀਵਾ ਵਿਖੇ ਸਰਹੱਦਾਂ ਪਾਰ ਤੋਂ ਹੋਣ ਵਾਲੇ ਹਵਾ ਪ੍ਰਦੂਸ਼ਣ ਸੰਬੰਧੀ ਸੰਮੇਲਨ ਹੋਇਆ, ਜਿਸ ਦੀਆਂ ਸਿਫਾਰਸ਼ਾਂ 16 ਮਾਰਚ 1983 ਨੂੰ ਲਾਗੂ ਕੀਤੀਆਂ ਗਈਆਂ ਸਨ। ਨੈਰੋਬੀ ਘੋਸ਼ਣਾ 1982 1972 ਵਿੱਚ ਹੋਈ ਸਟਾਕਹੋਮ ਕਾਨਫਰੰਸ ਦੀ ਅਪਣਾਇਆ ਗਿਆ ਸੀ। ਨੈਰੋਬੀ ਘੋਸ਼ਣਾ ਪੱਤਰ ਰਾਹੀਂ ਸਟਾਕਹੋਮ ਕਾਨਫਰੰਸ ਵਿੱਚ ਅਪਣਾਏ ਗਏ ਸਿਧਾਂਤਾਂ ਪ੍ਰਤੀ ਵਚਨਬੱਧਤਾ ਦੁਹਰਾਈ ਗਈ ਤੇ ਪਿਛਲੇ 10 ਸਾਲਾਂ ਵਿੱਚ ਸਟਾਕਹੋਮ ਕਾਨਫਰੰਸ ਦੁਆਰਾ ਤਿਆਰ ਕੀਤੀ ਗਈ ਕਾਰਜ ਯੋਜਨਾ ਦੀ ਪ੍ਰਗਤੀ ਦੇ ਸੰਬੰਧ ਵਿੱਚ ਵੀ ਵਿਚਾਰ ਕੀਤਾ ਗਿਆ। ਇਸ ਸੰਮੇਲਨ ਵਿੱਚ ਵਾਤਾਵਰਣ ਦੀ ਦਿਨ ਪ੍ਰਤੀ ਦਿਨ ਵਿਗੜ ਰਹੀ ਹਾਲਤ ਤੇ ਚਿੰਤਾ ਪ੍ਰਗਟ ਕੀਤੀ ਗਈ ਅਤੇ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਵਾਤਾਵਰਣ ਦੀ ਸੁਰੱਖਿਆ ਪ੍ਰਤੀ ਆਪਣੀ ਇਤਿਹਾਸਕ ਜ਼ਿੰਮੇਵਾਰੀ ਨਿਭਾਉਣ ਲਈ ਕਿਹਾ ਗਿਆ। ਓਜ਼ੋਨ ਪਰਤ ਦੀ ਰਾਖੀ ਲਈ ਵਿਆਨਾ ਸੰਮੇਲਨ 1985 ਵਿੱਚ ਵਿਆਨਾ ਵਿਖੇ ਇੱਕ ਸੰਮੇਲਨ ਕੀਤਾ ਗਿਆ, ਜਿਸ ਵਿੱਚ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਅਪਣਾਇਆ ਗਿਆ। ਇਹ ਪ੍ਰੋਗਰਾਮ 22 ਦਸੰਬਰ 1988 ਨੂੰ ਲਾਗੂ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਵੱਖ-ਵੱਖ ਰਾਜਾਂ ਨੂੰ ਇੱਕ ਅਜਿਹਾ ਕਾਨੂੰਨੀ ਢਾਂਚਾ ਪ੍ਰਦਾਨ ਕਰਨਾ ਸੀ ਤਾਂ ਕਿ ਮਨੁੱਖੀ ਕਾਰਜਾਂ ਦੁਆਰਾ ਪ੍ਰਭਾਵਿਤ ਹੋ ਰਹੀ ਓਜ਼ੋਨ ਪਰਤ ਨੂੰ ਬਚਾਇਆ ਜਾ ਸਕੇ। ਮੌਂਟਰੀਅਲ ਮਸੌਦਾ 1987 ਸਤੰਬਰ 1987 ਵਿੱਚ ਓਜ਼ੋਨ ਪਰਤ ਦੀ ਸਮੱਸਿਆ ਨਾਲ ਜੁੜੇ ਦੇਸ਼ਾਂ ਵੱਲੋਂ ਮੌਂਟਰੀਅਲ ਮਸੌਦਾ ਨਾਂ ਦਾ ਸਮਝੌਤਾ ਕੀਤਾ ਗਿਆ, ਜਿਸ ਵਿੱਚ ਓਜ਼ੋਨ ਪਰਤ ਨੂੰ ਨਸ਼ਟ ਕਰ ਰਹੇ ਪ੍ਰਮੁੱਖ ਤੱਤਾਂ ਦੀ ਨਿਸ਼ਾਨਦੇਹੀ ਕੀਤੀ ਗਈ ਅਤੇ ਇਹਨਾਂ ਦੀ ਜਲਦੀ ਰੋਕਥਾਮ ਲਈ ਇੱਕ ਸਮਾਬੱਧ ਯੋਜਨਾ ਵੀ ਬਣਾਈ ਗਈ। ਮੌਂਟਰੀਅਲ ਮਸੌਦਾ ਦੇ ਤਹਿਤ ਓਜ਼ੋਨ ਪਰਤ ਨਸ਼ਟ ਕਰਨ ਵਾਲੇ ਤੱਤਾਂ ਦਾ ਉਤਪਾਦਨ ਅਤੇ ਵਰਤੋਂ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਬਦਲਦੀਆਂ ਰਸਾਇਣਿਕ ਪ੍ਰਕਿਰਿਆਵਾਂ ਦੁਆਰਾ ਨਿਰਮਾਣ ਸੁਧਾਰ ਅਤੇ ਦੂਜੇ ਢੰਗਾਂ ਰਾਹੀਂ ਇਸ ਨੂੰ ਖਤਮ ਕੀਤਾ ਜਾਣ ਲੱਗਾ। ਸਿੱਟਾ ਪਿੱਛੇ ਲਿਖੇ ਵਰਣਨ ਨੂੰ ਪੜ੍ਹਨ ਪਿੱਛੋਂ ਅਸੀਂ ਇਸ ਸਿੱਟੇ 'ਤੇ ਪਹੁੰਚੇ ਹਾਂ ਕਿ ਵਾਤਾਵਰਣ ਦੀ ਸੁਰੱਖਿਆ ਅੱਜ ਇੱਕ ਅਤੀ ਗੰਭੀਰ ਵਿਸ਼ਾ ਹੈ ਤੇ ਇਸ ਦੀ ਰਾਖੀ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਤੋਂ ਇਲਾਵਾ ਬਹੁਤ ਸਾਰੇ ਗੈਰ ਸਰਕਾਰੀ ਸੰਗਠਨ ਵੀ ਨਿਯੰਤਰਣ ਕਰ ਰਹੇ ਹਨ। ਗ੍ਰੀਨ ਹਾਊਸ ਪ੍ਰਭਾਵ ਕਾਰਨ ਧਰਤੀ 'ਤੇ ਤਾਪਮਾਨ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ ਤੇ ਜੇਕਰ ਇਹ ਇਸ ਤਰ੍ਹਾਂ ਹੀ ਵੱਧਦਾ ਰਿਹਾ ਤਾਂ ਆਰਕਟਿਕ ਦੀ ਬਰਫ਼ ਪਿਘਲੇਗੀ, ਜਿਸ ਦੇ ਫਲਸਰੂਪ ਸਾਗਰਾਂ ਵਿਚਲੇ ਪਾਣੀ ਦੀ ਸਤਹ ਉੱਪਰ ਆ ਜਾਏਗੀ। 12ਵੀਂ ਸਦੀ ਦੇ ਅੰਤ ਤੱਕ ਸਾਗਰਾਂ ਦੇ ਪਾਣੀ ਦੀ ਸਤਹ 4 ਫੁੱਟ ਦੇ ਲਗਭਗ ਉੱਪਰ ਉੱਠ ਜਾਏਗੀ ਅਤੇ ਸਾਗਰਾਂ ਦੇ ਕੰਢਿਆਂ 'ਤੇ ਵਸੇ 20 ਕਰੋੜ ਦੇ ਲਗਭਗ ਲੋਕ ਬੇਘਰ ਹੋ ਜਾਣਗੇ ਤੇ ਅਨੇਕਾਂ ਦੇਸ਼ ਜਲ ਸਮਾਧੀ ਵੀ ਲੈ ਲੈਣਗੇ ਤੇ ਇਸ ਤਰ੍ਹਾਂ ਪਾਣੀ ਵਿੱਚ ਡੁੱਬ ਜਾਣਗੇ। ਇਸ ਤੋਂ ਉਪਰੰਤ ਗ੍ਰੀਨ ਹਾਊਸ ਪ੍ਰਭਾਵ ਕਾਰਨ ਭੁੱਖਮਰੀ, ਹੜ੍ਹ, ਸੋਕਾ ਆਦਿ ਕਾਰਨ ਬਹੁਤ ਸਾਰੇ ਲੋਕ ਬੇਘਰ ਹੋ ਜਾਣਗੇ ਤੇ ਉਹ ਰਿਫਿਊਜੀ ਬਣ ਕੇ ਜਗ੍ਹਾ ਘੁੰਮਦੇ ਰਹਿਣਗੇ।
ਸੰਯੁਕਤ ਰਾਸ਼ਟਰ ਪਹਿਲਾਂ ਹੀ ਅਜਿਹੀਆਂ ਸਮੱਸਿਆਵਾਂ 'ਤੇ ਵਿਚਾਰ ਕਰ ਰਿਹਾ ਹੈ, ਸੋ ਇਸ ਕਾਰਨ ਵਾਤਾਵਰਣ ਦੀ ਸੁਰੱਖਿਆ ਵੱਲ ਫੌਰੀ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ।